ਓੰਕਾਰ ਸਤਿਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਆ ਰਿਹਾ ਹੈ। ਸੋ ਦਾਸ ਨੇ ਵਿਚਾਰ ਕੀਤਾ 2-4 ਦਿਨ ਇਹੀ ਵਿਚਾਰਾਂ ਆਪ ਜੀ ਦੇ ਸਨਮੁਖ ਰੱਖਣੀਆਂ ਹਨ। ਇਤਿਹਾਸ ਨਾਲ ਜੁੜ ਸਕੀਏ ਉਸ ਤੋਂ ਪਹਿਲੇ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਸਨਿਮਰ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਰਸਨਾ ਤੋਂ ਤਤੀ ਤਵੀ ਦੇ ਉੱਪਰ ਬੈਠ ਕੇ ਵੀ ਕੋਈ ਕੌੜੇ ਸ਼ਬਦ ਨਹੀਂ ਨਿਕਲੇ ਹਨ, ਕੋਈ ਕੌੜਾ ਬਚਨ ਨਹੀਂ ਨਿਕਲਿਆ ਹੈ। ਕਿਉਂਕਿ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤਰਨ ਗਗਨ ਨਉ ਖੰਡ ਮੈਂ ਜੋਤ ਸਵਰੂਪੀ ਰਹਿਓ ਪਰ ਭਨ ਮਥਰਾ ਕਿਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੱਖ ਹਰ ਦਾ ਰੂਪ ਹਨ, ਪਰਮਾਤਮਾ ਦਾ ਰੂਪ ਹਨ। ਇਸ ਵਾਸਤੇ ਹੀ ਕਿਹਾ ਜਾਂਦਾ ਹੈ ਕਿ ਪਰਮੇਸ਼ਰ ਕਦੀ ਕੌੜਾ ਨਹੀਂ ਬੋਲਦਾ ਹੈ, ਕਦੀ ਕੌੜਾ ਨਹੀਂ ਬੋਲਦਾ। ਕੌੜਾ ਬੋਲ ਨ ਜਾਣੇ ਪੂਰਨ ਭਗਵਾਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮੇਸ਼ਰ ਦਾ ਰੂਪ, ਕਦੀ ਰਸਨਾ ਤੋਂ ਕੋਈ ਕੌੜਾ ਸ਼ਬਦ ਨਹੀਂ ਨਿਕਲਿਆ ਹੈ, ਕੋਈ ਕੌੜਾ ਸ਼ਬਦ ਨਹੀਂ। ਤਤੀ ਤਵੀ ਤੇ ਵੀ ਬੈਠ ਕੇ ਮਿੱਠੇ ਗੀਤ ਗਾਉਣ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਸਤਿਗੁਰਾਂ ਦੀ ਸ਼ਹਾਦਤ ਦੇ ਕੁਝ ਮੂਲ ਕਾਰਨ ਹਨ, ਕੁਝ ਕਾਰਨ, ਕੁਝ ਸਹਾਇਕ ਕਾਰਨ ਹੁੰਦੇ ਨੇ, ਕੁਝ ਮੂਲ ਕਾਰਨ ਹੁੰਦੇ ਹਨ। ਐਵੇਂ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀ ਤਵੀ ਤੇ ਬੈਠਣਾ ਪਿਆ ਹੈ। ਤਤੀ ਤਵੀ ਤੇ ਸਭ ਤੋਂ ਪਹਿਲਾ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵਿਰੋਧਤਾ ਸ਼ੁਰੂ ਕਰਦਾ ਹੈ, ਉਹ ਮਹਾਰਾਜ ਦਾ ਆਪਣਾ ਸਕਾ ਭਰਾ ਪ੍ਰਿਥੀ ਚੰਦ ਹੈ। ਸਭ ਤੋਂ ਪਹਿਲੇ ਬਾਬਾ ਪ੍ਰਿਥੀ ਚੰਦ ਸੋਚਦੇ ਸਨ ਵੀ ਘਰ ਵਿੱਚ ਮੈਂ ਸਭ ਤੋਂ ਵੱਡਾ ਹਾਂ, ਮੈਂ ਸਭ ਤੋਂ ਵੱਡਾ, ਤਾਂ ਫਿਰ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ, ਮੈਨੂੰ ਮਿਲਣੀ ਚਾਹੀਦੀ ਹੈ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਰਿਆਦਾ ਕੁਝ ਹੋਰ ਚਲਾਈ ਹੈ। ਆਪ ਬਾਣੀ ਪੜ੍ਹਦੇ ਹੋ, ਹੋਰਿਓ ਗੰਗ ਵਹਾਈਏ ਦੁਨਿਆਈ ਆਖੇ ਕੀ ਕਿਉ।
ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੰਸਾਰ ਵਿੱਚ ਆ ਕੇ ਇੱਕ ਵੱਖਰੀ ਮਰਿਆਦਾ ਚਲਾਈ ਹੈ। ਵੱਖਰੀ ਮਰਿਆਦਾ, ਸੰਸਾਰ ਦੀ ਜੋ ਮਰਿਆਦਾ ਸੀ ਉਹ ਬਾਦਸ਼ਾਹ ਦੇ, ਰਾਜੇ ਦੇ ਜਾਂ ਕਿਸੇ ਸੰਤ ਮਹੰਤ ਦੇ ਜਾਣ ਤੋਂ ਬਾਅਦ ਉਹਦੇ ਪੁੱਤਰ ਨੂੰ ਗੱਦੀ ਦੇ ਦਿੱਤੀ ਜਾਂਦੀ ਸੀ, ਤਖਤ ਦੇ ਦਿੱਤਾ ਜਾਂਦਾ ਸੀ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਨਹੀਂ ਕੀਤਾ ਹੈ। ਮਹਾਰਾਜ ਨੇ ਇੱਕ ਵੱਖਰੀ ਮਰਿਆਦਾ ਚਲਾਈ। ਆਪਣੇ ਦੋਨਾਂ ਹੀ ਪੁੱਤਰਾਂ ਨੂੰ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਨੂੰ ਇੱਕ ਪਾਸੇ ਕਰਕੇ ਭਾਈ ਲਹਿਣਾ ਜੀ ਨੂੰ ਆਪਣਾ ਸਿੰਘਾਸਨ ਬਖਸ਼ਿਸ਼ ਕੀਤਾ ਹੈ। ਲਹਿਣਾ ਜੀ, लहने को अंग लगा अंगद कर दिया, दूसरा गुरु नानक बना दिता। लोग देख के हैरान सन भी एक नवी मर्यादा। पुत्रा सिखा कोक के सब उम्मत वेखो जे क्यों जां डिठोस ता लहना टिक्योन। केवल भाई लहना जी इस तखत दे लायक बने हैं। इस तखत दे महाराज दी बाणी भी है। मारू राग दे विच दो शब्द ने गुरु नानक सच्चे पातशाह जे तखत बहे तख्ते की लायक। तखत बहे तख्ते की लायक, जेड़ा इस तखत दे लायक के वो इस तखत ते बहेगा। बाकी भावें कोई रिश्तेदार होवे, भरा होवे, संबंधी होवे, पुत्र होण, मित्र होण, सेवक होण, किसी दा ये पैदाइशी हक नहीं है। जो इस दे लायक बनेगा उन्होंने इस तखत ते बिठाया जाएगा। तखत राजा सो बहे जे तख्ते लायक होई, जिन्नी सच पछाणिया सच राजे सोई। जिन्हां ने सच की पहचान की, सच नाल जुड़े, उही सच्चे राजे होए हन, उही इस तखत दे उत्ते बैठे हन। उही एक गुरु नानक सच्चे पातशाह ने एक वखरी मर्यादा बनाई। सत्ता बलवंड जी नूं कहना पिया कि होरियो गंग वहाइए दुनियाई आखे की क्यों। ये गुरु नानक ने की कीता है, वखरी मर्यादा। गुरु नानक साहब तो लैके गुरु गोबिंद सिंह महाराज तक ये पुठी मर्यादा, एक वखरी मर्यादा सदा चलती रही है, सदा ही। गुरु रामदास महाराज सच्चे पातशाह ने भी जिस वक्त अपने दोनों ही सपुत्रां नूं एक पासे करके, जो वड्डे सन, बाबा पृथ्वी चंद, बाबा महादेव जी, गुरु अर्जन देव जी तो वड्डे सन, दोनों ही भरा। इन्हां दोनों नूं ही एक पासे करके जदों गुरु अर्जन देव महाराज नूं गुरता गद्दी सौंप दिती है, बाबा पृथ्वी चंद जी अंदरों सड़ बल के कोले हो गए हैं, अंदरों। वैसे बाबा पृथ्वी चंद जी सेवा तो बड़ी करते सन, काम तो बहुत करते सन, लेकिन पिता दा हुक्म नहीं सन मनदे। बस एक कोई कमी सी उन्हां दे विच, हुक्म नहीं सन मनदे। काम बहुत करते सन, आए गए दी संभाल करनी, लंगर चलाउणे और संगतां दे विश्राम दी सेवा करनी, उन्हां दे आई हुई भेटा दी संभाल करनी, उन्हां दियां अरदासां कराउणियां, काम ते बहुत करते सन। मसंदां दी देख रेख करनी, उसारी दे कम करवाने, काम तो बहुत करते सन, लेकिन हुक्म नहीं सन मनदे। जिस वक्त लाहौर जाण दा समा आया ना, क्योंकि गुरु रामदास महाराज जी दे ताए दे पुत्र दा, सहारी मल दे पुत्र दा जदों विआह सी,
ਉੱਥੋਂ ਜਦ ਸੱਦਾ ਪੱਤਰ ਆਇਆ, ਮਹਾਰਾਜ ਨੇ ਸਭ ਤੋਂ ਪਹਿਲੇ ਬਾਬਾ ਪ੍ਰਿਥੀ ਚੰਦ ਜੀ ਨੂੰ ਕਿਹਾ ਸੀ ਕਿ ਤੁਸੀਂ ਜਾਓ, ਤੁਸੀਂ ਵੱਡੇ ਹੋ, ਤੁਸੀਂ ਜਾਓ। ਜੇ ਮੈਂ ਉੱਥੇ ਗਿਆ ਤੇ ਸੰਗਤਾਂ ਵੀ ਬਹੁਤ ਆਉਣਗੀਆਂ, ਅਗਲਿਆਂ ਨੂੰ ਖੇਚਲ ਬੜੀ ਹੋਣੀ ਹੈ, ਬੜੇ ਇੰਤਜ਼ਾਮਾਤ ਕਰਨੇ ਪੈਣੇ ਹਨ। ਮਹਾਰਾਜ ਨੇ ਆਖਿਆ ਆਪਣੇ ਸਪੁੱਤਰ ਨੂੰ ਭੇਜ ਦਿੰਦੇ ਹਾਂ। ਬਾਬਾ ਪ੍ਰਿਥੀ ਚੰਦ ਜੀ ਨੂੰ ਜਿਸ ਵਕਤ ਕਿਹਾ ਗਿਆ, ਉਹਨਾਂ ਆਖਿਆ ਮਹਾਰਾਜ ਜੇ ਮੈਂ ਚਲਾ ਗਿਆ ਤੇ ਇਤਨਾ ਵੱਡਾ ਕੰਮਕਾਰ ਕੌਣ ਸੰਭਾਲੇਗਾ, ਫਿਰ ਇਹ ਦੇਖ ਰੇਖ ਕੌਣ ਕਰੇਗਾ। ਲੰਗਰ ਦੀ ਸੇਵਾ ਹੈ, ਆਏ ਗਏ ਦਾ ਖਿਆਲ ਰੱਖਣਾ ਹੈ, ਉਹਨਾਂ ਦੇ ਰਹਿਣ ਬਹਿਣ ਦਾ ਇੰਤਜ਼ਾਮ ਕਰਨਾ ਹੈ, ਭੇਟਾਵਾਂ ਗੁਰੂ ਘਰ ਦਾ ਧਨ ਇਹ ਕੌਣ ਸੰਭਾਲ ਕਰੇਗਾ। ਮਹਾਰਾਜ ਮੈਂ ਨਹੀਂ ਜਾ ਸਕਦਾ ਹਾਂ, ਜੇ ਮੈਂ ਚਲਾ ਗਿਆ ਇੱਥੇ ਸਾਰਾ ਕਾਰੋਬਾਰ ਚੌਪਟ ਹੋ ਜਾਣਾ ਹੈ, ਕੌਣ ਕਰੇਗਾ ਇਸ ਨੂੰ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰੋਂ ਅੰਦਰੀ ਸੋਚ ਰਹੇ ਸਨ ਬਈ ਕਿਆ ਇਹ ਸਭ ਕੁਛ ਤੇਰੇ ਕਰਨ ਨਾਲ ਚੱਲਦਾ ਹੈ, ਤੂੰ ਨਹੀਂ ਸੈਂ ਇਸ ਦੁਨੀਆ ਦੇ ਵਿੱਚ, ਤੂੰ ਕਿਆ ਗੁਰੂ ਘਰ ਦੇ ਕੰਮ ਨਹੀਂ ਸਨ ਹੁੰਦੇ। ਗੁਰੂ ਨਾਨਕ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦੇ ਸਮੇਂ ਕਿਆ ਇਹ ਸਾਰੇ ਕੰਮ ਨਹੀਂ ਸਨ ਹੁੰਦੇ। ਤੂੰ ਕਰੇਂਗਾ ਤੇ ਹੋਏਗਾ। ਲੇਕਿਨ ਜਦ ਬਾਣੀ ਅਸੀਂ ਨਹੀਂ ਪੜ੍ਹਦੇ ਹਾਂ ਤਾਂ ਫਿਰ ਸਾਨੂੰ ਇਹੀ ਹੰਕਾਰ ਹੋ ਜਾਂਦਾ ਹੈ, ਸ਼ਾਇਦ ਮੈਂ ਨਾ ਹੋਵਾਂ ਤਾਂ ਕੁਛ ਵੀ ਨਾ ਹੋਵੇ, ਸ਼ਾਇਦ ਮੈਂ ਨਾ ਹੋਵਾਂ। ਮਸਕੀਨ ਜੀ ਨੂੰ ਇੱਕ ਸੱਜਣ ਗੁਰਦੁਆਰਾ ਦਿਖਾ ਰਿਹਾ ਸੀ ਦਿੱਲੀ ਦੇ ਵਿੱਚ। ਕਹਿੰਦਾ ਗਿਆਨੀ ਜੀ ਹਾਲ ਮੈਂ ਬਣਾਇਆ, ਫਰਸ਼ ਮੈਂ ਲਵਾਇਆ, ਲੰਗਰ ਹਾਲ ਮੈਂ ਬਣਾਇਆ, ਸਕੂਲ ਮੈਂ ਬਣਾਇਆ, ਦੀਵਾਨ ਹਾਲ ਮੈਂ ਬਣਾਇਆ, ਜਿਤਨੇ ਪ੍ਰੋਗਰਾਮ ਚੱਲਦੇ ਨੇ ਅਗਰ ਮੈਂ ਨਾ ਹੋਵਾਂ ਇਹ ਨਹੀਂ ਹੋ ਸਕਦੇ ਹਨ। ਤੇ ਮਸਕੀਨ ਜੀ ਕਹਿੰਦੇ ਨੇ ਵੀ ਤੂੰ ਮਰ ਕੇ ਦੇਖ, ਤੇਰੇ ਮਰਨ ਤੋਂ ਬਾਅਦ ਵੀ ਇਹ ਸਭ ਕੁਝ ਚੱਲਦਾ ਰਹਿਣਾ ਵੇ, ਤੂੰ ਕਰਾਉਂਦਾ ਪਿਆ। ਪਰ ਸਾਨੂੰ ਇਹ ਹੰਕਾਰ ਹੋ ਜਾਂਦਾ ਵੀ ਖੌਰੇ ਮੈਂ ਨਾ ਹੋਵਾਂ ਤਾਂ ਪਤਾ ਨਹੀਂ ਕੀ ਹੋ ਜਾਵੇ। ਇੱਕ ਬਜ਼ੁਰਗ ਮਾਤਾ ਦੇ ਕੋਲ ਇੱਕ ਮੁਰਗਾ ਸੀ। ਮੁਰਗੇ ਸਵੇਰੇ ਬਾਂਗ ਦਿੰਦੇ ਨੇ, ਇਹੀ ਅਲਾਰਮ ਹੋਇਆ ਕਰਦਾ ਸੀ ਲੋਕਾਂ ਦੇ ਉੱਠਣ ਦਾ। ਉਹਦੀ ਬਾਂਗ ਤੋਂ ਬਾਅਦ ਹੀ ਦਿਨ ਚੜ੍ਹਦਾ ਸੀ। ਇੱਕ ਦਿਨ ਕਿਧਰੇ ਪਿੰਡ ਵਾਲਿਆਂ ਦੇ ਨਾਲ ਇਸ ਬਜ਼ੁਰਗ ਮਾਤਾ ਦੀ ਲੜਾਈ ਹੋ ਗਈ। ਇਹ ਮਾਤਾ ਕਹਿੰਦੀ ਹੈ ਹੁਣ ਮੈਂ ਆਪਣੇ ਮੁਰਗੇ ਨੂੰ ਬਾਂਗ ਦੇਣ ਹੀ ਨਹੀਂ ਦੇਣੀ ਹੈ, ਕੱਲ੍ਹ ਮੇਰਾ ਮੁਰਗਾ ਬਾਂਗ ਨਹੀਂ ਦੇਗਾ, ਤੇ ਜੇ ਬਾਂਗ ਨਹੀਂ ਦੇਗਾ ਤਾਂ ਫਿਰ ਦੇਖਦੀਆਂ ਕਿ ਇਹ ਸੂਰਜ ਕਿਵੇਂ ਚੜ੍ਹਦਾ ਹੈ, ਸੂਰਜ ਨਹੀਂ ਚੜ੍ਹੇਗਾ ਤਾਂ ਫਿਰ ਦੇਖਦੀਆਂ ਦਿਨ ਕਿਵੇਂ ਨਿਕਲਦਾ ਹੈ, ਤੇ ਜੇ ਦਿਨ ਨਾ ਨਿਕਲਿਆ ਤਾਂ ਫਿਰ ਦੇਖਦੀਆਂ ਤੁਸੀਂ ਕੰਮ ਕਰ ਕਿਵੇਂ ਕਰਦੇ ਹੋ, ਕਿਵੇਂ ਕਰਦੇ ਹੋ। ਮੇਰਾ ਕੁੱਕੜ ਬਾਂਗ ਦਿੰਦਾ ਹੈ ਤੇ ਦਿਨ ਚੜ੍ਹਦਾ ਹੈ। ਮਾਤਾ ਨੂੰ ਇਹ ਹੰਕਾਰ ਹੋ ਗਿਆ, ਮੈਂ ਇਸ ਨੂੰ ਬਾਂਗ ਹੀ ਨਹੀਂ ਦੇਣ ਦਿਆਂਗੀ, ਮੇਰਾ ਕੁੱਕੜ ਬਾਂਗ ਦੇਗਾ ਤੇ ਦਿਨ ਚੜ੍ਹੇਗਾ। ਬਸ ਇਹੀ ਹਾਲ ਸਾਡਾ ਹੋ ਜਾਂਦਾ, ਖੌਰੇ ਮੈਂ ਨਾ ਹੋਵਾਂ ਤਾਂ ਕੁਝ ਹੋਵੇ ਹੀ ਨਾ, ਦਿਨ ਹੀ ਨਾ ਚੜ੍ਹੇ, ਰਾਤ ਹੀ ਨਾ ਹੋਵੇ, ਕੋਈ ਕੰਮ ਕਾਜ ਗੁਰੂ ਘਰ ਦਾ ਹੋਵੇ ਹੀ ਨਾ। ਇਹੀ ਹੰਕਾਰ ਅੰਦਰ ਪੈਦਾ ਹੋ ਜਾਂਦਾ ਹੈ, ਇਹੀ ਹੰਕਾਰ। ਬਾਬਾ ਪ੍ਰਿਥੀ ਚੰਦ ਜੀ ਵੀ ਸੋਚਦੇ ਸਨ ਵੀ ਖੌਰੇ ਮੈਂ ਨਾ ਹੋਵਾਂ ਤਾਂ ਕੀ ਹਾਲ ਹੋਣਾ ਗੁਰੂ ਘਰ ਦਾ। ਇਨਕਾਰ ਕਰ ਦਿੱਤਾ। ਬਾਬਾ ਮਹਾਦੇਵ ਜੀ ਵੈਸੇ ਹੀ ਮਸਤ ਤਬੀਅਤ ਦੇ ਮਾਲਕ ਸਨ। ਉਹਨਾਂ ਨੇ ਆਖਿਆ ਮੈਂ ਇਹਨਾਂ ਝਮੇਲਿਆਂ ਵਿੱਚ ਨਹੀਂ ਪੈਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਕਮ ਮੰਨਿਆ ਹੈ, ਇੱਕ ਇੱਕ ਹੁਕਮ ਸਤਿਗੁਰਾਂ ਦਾ ਮੰਨਿਆ ਹੈ। ਤੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਸਭ ਕੁਝ ਹੁਕਮ ਦੇ ਵਿੱਚ ਚੱਲਦਾ ਹੈ, ਇੱਕ ਮਨੁੱਖੀ ਹੁਕਮ ਦੇ ਵਿੱਚ ਨਹੀਂ ਹੈ। ਔਰ ਅਗਰ ਮਨੁੱਖ ਹੁਕਮ ਨਾ ਮੰਨੇ
तो महाराज की बाणी कहती है कि वह परमेश्वर का दर प्राप्त नहीं कर सकता है, गुरु की खुशी प्राप्त नहीं कर सकता है, बिल्कुल भी नहीं। हुक्म मन्ने होवे प्रमाण तां खसमे का महल पाए सी, खसमे पावे सो करे मनो चंदिया, सो फल पाए सी तां दरगे पैंदा जाए सी, ਤਾਂ ਉਸ ਨੂੰ ਗੁਰੂ ਦੇ ਚਰਨਾਂ ਵਿੱਚ ਨਿਵਾਸ ਮਿਲ ਸਕਦਾ ਹੈ ਜੇ ਹੁਕਮ ਦੇ ਵਿੱਚ ਚੱਲਣਾ ਸਿੱਖ ਜਾਵੇ, ਹੁਕਮ ਮੰਨਣਾ ਸਿੱਖ ਲਵੇ। ਬਾਬਾ ਪ੍ਰਿਥੀ ਚੰਦ ਹੁਕਮ ਨਹੀਂ ਸਨ ਮੰਨਦੇ, ਪਰ ਸੋਚਦੇ ਸਨ ਕਿ ਗੁਰਤਾ ਗੱਦੀ ਦਾ ਮੈਂ ਹੀ ਵਾਰਿਸ ਹਾਂ, ਮੈਂ ਮਾਲਕ ਹਾਂ, ਮੈਂ ਵੱਡਾ ਹਾਂ। ਵੱਡਾ ਬੰਦਾ ਉਮਰ ਨਾਲ ਨਹੀਂ ਹੁੰਦਾ ਹੈ, ਬੰਦਾ ਵੱਡਾ ਹੁੰਦਾ ਹੈ ਆਪਣੀ ਕਿਰਦਾਰ ਨਾਲ, ਆਪਣੇ ਗੁਣਾਂ ਨਾਲ ਵੱਡਾ ਹੁੰਦਾ ਹੈ। ਜਿਸ ਵਕਤ ਗੁਰਤਾ ਗੱਦੀ ਦਿੱਤੀ ਗਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਬਾਬਾ ਪ੍ਰਿਥੀ ਚੰਦ ਜੀ ਜਦ ਬਹੁਤ ਨਾਰਾਜ਼ ਹੋਏ ਨੇ, ਗੁੱਸੇ ਹੋਏ, ਕ੍ਰੋਧਿਤ ਹੋਏ, ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਵੀ ਮੈਂ ਨਹੀਂ ਦਿੰਦਾ ਇਸ ਨੂੰ ਗੁਰਿਆਈ, ਇਸ ਨੂੰ ਥਾਪੀ ਆਪ ਨਾਨੇ ਹੈ ਲਾਈ, तो मैं थोड़ी दे रहा गुरता गद्दी इस ये तो गुरु अमरदास महाराज ने इन्हां दे नाने ने पहला ही बचन कर दिते सन। एक केड़ा वड्डा पुरख है भारी, जिन मंजी हिलाई साडी सारी। एक केड़ा भारी पुरख है जिसने साडी मंजी नूं हिलाया है। माता पानी जी जद दौड़ के पहुँचे ने तो उन्हें आख्या महाराज दोहिता है, दोहिता। गुरु अमरदास महाराज कहते ने दोहिता बाणी का बोहिथा, ये तो बाणी का जहाज होवेगा। और महाराज ने अपनी गोद विच लैके अपने सिंघासन के उपर बिठाया है। गुरु अमरदास महाराज खुद कह के गए भी आने वाले समय दे विच वड्डा भारी पुरख इस तखत का मालक होवेगा। मैं नहीं देंदा इस नूं गुरियाई, इस नूं थापी आप नाने है लाई। पर बाबा प्रिथी चंद सोचदा सी भी शायद मैं ही इस गुरता गद्दी का मालक हाँ। महाराज की बाणी कहती है तखत राजा सो बहे जो तख्ते लायक होई। ये ते तखत जो इस दे लायक होवेगा वही बैठ सकता है, बस और कोई नहीं। जिस वक्त गुरता गद्दी की प्राप्ति ना हुई, बाबा प्रिथी चंद जी ने सब तो पहले विरोध शुरू किया गुरु अर्जन देव जी महाराज का, अपने सक्के भरा दा। गुरु रामदास महाराज जिस वक्त संसार तो चलाना कर गए हैं, सचखंड गमन कर गए हैं, भरी सभा दे विच जदों दस्तारबंदी होण लगी है, गुरु अर्जन देव जी महाराज जदों दस्तार बन्नण लगे ने, बाबा प्रिथी चंद जी ने भरी सभा दे विच दस्तार खो के कुछ मंदे बोल बोल के ते दस्तार अपने सिर ते बन लई। भरी सभा दे विच दस्तार बन के सोचते सन भी शायद हुण मैं गुरु बन गया हाँ, दस्तार मिल गई है मैनू। दस्तार किसी दी बन लैण दे नाल कोई बंदा चंगे गुणां दा धारनी नहीं हो सकता है। चंगी दस्तार बन लैनी जां किसी दी पदवी अपने नाम नाल जोड़ लैनी, कोई बंदा उस लायक नहीं हो सकता जिथों तक अंदर उस दे दिते हुए गुण ना होण, अंदर गुण ना हो। अगर इस तरह दस्तारां बन्नण दे नाल ही कोई गुरु पदवी नूं प्राप्त कर सकदा तो फिर दस्तारां तो बाज़ारां विच बहुत मिल जांदियां ने, पता नहीं कितने गुरु हो जांदे फिर। पर ऐसा नहीं है। तखत बहे तख्ते के लायक। बाबा प्रिथी चंद सोचते सन शायद मैं दस्तार बन लईए हुण मैं गुरु हाँ, पर संगतां ने मन्नण तो इनकार कर दिता। फिर एक दिन बीबी करमों ने
जो बाबा ਪ੍ਰਿਥੀ ਚੰਦ ਦੀ ਘਰ ਵਾਲੀ ਸੀ। ਉਹਨੇ ਆਖਿਆ ਵੀ ਜੇ ਤੂੰ ਹੁਕਮ ਮੰਨਦਾ, ਨਿਮਰਤਾ ਦੇ ਵਿੱਚ ਰਹਿੰਦਾ, ਅੱਜ ਇਹ ਗੁਰਤਾ ਗੱਦੀ ਦਾ ਮਾਲਕ ਤੂੰ ਹੋਣਾ ਸੀ। ਤੂੰ ਹੁੰਦਾ ਜੇ ਤੂੰ ਹੁਕਮ ਮੰਨ ਲੈਂਦਾ। ਅੱਜ ਜਿਤਨੇ ਪਦਾਰਥ ਗੁਰੂ ਅਰਜਨ ਕੋਲ ਜਾਂਦੇ ਹਨ, ਇਹ ਸਾਰੇ ਪਦਾਰਥ ਤੈਨੂੰ ਮਿਲਣੇ ਸਨ। ਪ੍ਰਿਥੀ ਚੰਦ ਕਹਿੰਦੇ ਕੋਈ ਗੱਲ ਨਹੀਂ, ਜੇ ਇਸ ਵਾਰੀ ਮੌਕਾ ਹੱਥ ਵਿੱਚੋਂ ਨਿਕਲ ਗਿਆ ਤਾਂ ਕੋਈ ਗੱਲ ਨਹੀਂ, ਪਰ ਗੁਰੂ ਅਰਜਨ ਦੇ ਘਰ ਔਲਾਦ ਨਹੀਂ ਹੈ, ਉਹਨਾਂ ਦਾ ਕੋਈ ਬੱਚਾ ਨਹੀਂ ਹੈ ਅਜੇ ਤੱਕ। ਮੇਰੇ ਘਰ ਪੁੱਤਰ ਹੈ ਜਿਸ ਦਾ ਨਾਮ ਸੀ ਮਿਹਰਬਾਨ, ਤੇ ਗੁਰੂ ਅਰਜਨ ਮਿਹਰਬਾਨ ਦੇ ਨਾਲ ਬੜਾ ਪ੍ਰੇਮ ਕਰਦੇ ਹਨ। ਅੱਜ ਨਾ ਸਹੀ ਕੱਲ ਇਹਨਾਂ ਤੋਂ ਬਾਅਦ ਗੱਦੀ ਮੇਰੇ ਪੁੱਤਰ ਨੂੰ ਹੀ ਮਿਲਣੀ ਹੈ, ਤੂੰ ਚਿੰਤਾ ਨਾ ਕਰ। ਅੱਜ ਗੱਦੀ ਨਹੀਂ ਆਈ ਤਾਂ ਕੋਈ ਗੱਲ ਨਹੀਂ, ਕੱਲ ਆ ਜਾਏਗੀ, ਮਿਹਰਬਾਨ ਨੂੰ ਮਿਲ ਜਾਏਗੀ। ਤੇ ਮਿਹਰਬਾਨ ਨੂੰ ਮਿਲਣ ਦਾ ਮਤਲਬ ਹੈ ਗੱਦੀ ਸਾਡੇ ਕੋਲ ਹੀ ਆ ਗਈ ਨਾ, ਪਦਾਰਥ ਵੀ ਤੈਨੂੰ ਮਿਲਣਗੇ, ਸਭ ਕੁਝ ਹੋਵੇਗਾ। ਮਾਤਾ ਗੰਗਾ ਜੀ ਨੂੰ ਇੱਕ ਦਿਨ ਬੀਬੀ ਕਰਮੋ ਨੇ ਕਹਿ ਹੀ ਦਿੱਤਾ ਸੀ, ਲੰਬੇ ਚੌੜੇ ਇਤਿਹਾਸ ਨੇ, ਕਿ ਤੂੰ ਸੰਸਾਰ ਤੋਂ ਨਿਪੁੱਤੀ ਹੀ ਜਾਏਂਗੀ, ਤੇਰੇ ਘਰ ਪੁੱਤਰ ਨਹੀਂ ਹੋਵੇਗਾ, ਬੇ ਔਲਾਦੀ ਸੰਸਾਰ ਤੋਂ ਜਾਵੇਂਗੀ ਤੂੰ। ਕਿਸੇ ਇਸਤਰੀ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਉਹਦੇ ਘਰ ਪੁੱਤਰ ਨਾ ਹੋਵੇ ਜਾਂ ਕੋਈ ਬਾਲ ਬੱਚਾ ਨਾ ਹੋਵੇ, ਬੜੀ ਵੱਡੀ ਗੱਲ ਹੁੰਦੀ, ਬੜੀ ਦੁੱਖ ਦੀ ਗੱਲ ਹੁੰਦੀ ਹੈ। ਮਾਤਾ ਗੰਗਾ ਜੀ ਨੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦ ਇਹ ਗੱਲ ਦੱਸੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਿੱਖ ਨੂੰ ਵਡਿਆਈ ਦੇਣ ਵਾਸਤੇ ਬਾਬਾ ਬੁੱਢਾ ਜੀ ਪਾਸ ਜਾ ਕੇ ਅਰਦਾਸ ਕਰਨ ਵਾਸਤੇ ਜਦ ਕਿਹਾ, ਬਾਬਾ ਬੁੱਢਾ ਜੀ ਜਦੋਂ ਅਰਦਾਸ ਕਰਦੇ ਨੇ ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੁੰਦਾ ਹੈ। ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਹੈ, ਸਾਰੇ ਖੁਸ਼ੀਆਂ ਮਨਾਉਂਦੇ ਪਏ ਨੇ ਵੀ ਗੁਰੂ ਘਰ ਦੇ ਵਿੱਚ ਪੁੱਤਰ ਦੀ ਦਾਤ ਆਈ ਹੈ, ਸੋ ਪੁੱਤਰ ਜੰਮਿਆ ਹੈ। ਪ੍ਰਿਥੀ ਚੰਦ, ਸਾਰੀ ਦੁਨੀਆ ਖੁਸ਼ੀ ਮਨਾਉਂਦੀ ਪਈ ਹੈ, ਪ੍ਰਿਥੀ ਚੰਦ ਅੰਦਰੋਂ ਸੜ ਬਲ ਕੇ ਕੋਲੇ ਹੀ ਹੋ ਗਿਆ ਹੈ, ਤੇ ਵੀ ਦੀਆਂ ਜਿਵੇਂ ਸਾਰੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਜਾਂਦਾ ਵੇ। ਵੀ ਇੱਕ ਉਮੀਦ ਸੀ ਹੱਥ ਦੇ ਵਿੱਚ, ਉਹ ਵੀ ਚਲੀ ਗਈ ਹੈ। ਹੁਣ ਤਾਂ ਪੁੱਤਰ ਹੋ ਗਿਆ ਵੇ, ਹੁਣ ਤਾਂ ਪੁੱਤਰ ਹੋ ਗਿਆ, ਤੇ ਜੇ ਪੁੱਤਰ ਹੋ ਗਿਆ ਤਾਂ ਹੁਣ ਇਹੀ ਮਾਲਕ ਹੋਵੇਗਾ। ਮੇਰਾ ਪੁੱਤਰ ਕਿਵੇਂ ਮਾਲਕ ਹੋ ਸਕਦਾ? ਗੁਰੂ ਹਰਗੋਬਿੰਦ ਸਾਹਿਬ ਜਦ ਥੋੜ੍ਹੇ ਵੱਡੇ ਹੋਣੇ ਸ਼ੁਰੂ ਹੋਏ ਨੇ, ਬਾਬਾ ਪ੍ਰਿਥੀ ਚੰਦ ਜੀ ਆਪਣੀਆਂ ਹਰਕਤਾਂ ਤੋਂ ਇਤਨੇ ਗਿਰ ਗਏ ਕਿ ਆਪਣੇ ਸੱਕੇ ਭਤੀਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, 4 ਵਾਰੀ ਮਾਰਨ ਦੀ ਕੋਸ਼ਿਸ਼। ਸਭ ਤੋਂ ਪਹਿਲੇ ਉਹਨਾਂ ਨੇ ਦਾਈ ਫੱਤੋ ਨੂੰ, ਇਹ ਦਾਈ ਸੀ, ਗੁਰੂ ਘਰ ਦੇ ਵਿੱਚ ਇਸ ਦਾ ਆਉਣਾ ਜਾਣਾ ਸੀ, ਉਸ ਨੂੰ ਕੁਛ ਲਾਲਚ ਦੇ ਕੇ, ਕੁਛ ਪੈਸਿਆਂ ਦਾ ਲਾਲਚ ਦੇ ਕੇ, ਕੁਛ ਪਦਾਰਥਾਂ ਦਾ, ਉਹਨੂੰ ਆਖਿਆ ਵੀ ਤੂੰ ਆਪਣੇ ਅਸਥਨ ਦੇ ਉੱਤੇ ਜ਼ਹਿਰ ਲਾ ਔਰ ਬਾਲਕ ਹਰਗੋਬਿੰਦ ਨੂੰ ਦੁੱਧ ਪਿਆ, ਇਹ ਜ਼ਹਿਰ ਦੇ ਨਾਲ ਉਹ ਬੱਚਾ ਖਤਮ ਹੋ ਜਾਏਗਾ। ਦਾਈ ਫੱਤੋ ਨੇ ਜਦੋਂ ਇਹ ਕੁਕਰਮ ਕੀਤਾ ਹੈ, ਆਪਣੇ ਅਸਥਨ ਦੇ ਉੱਤੇ ਜਦੋਂ ਜ਼ਹਿਰ ਲਾ ਕੇ ਤੇ ਬਾਲਕ ਹਰਗੋਬਿੰਦ ਸਾਹਿਬ ਜੀ ਨੂੰ ਦੁੱਧ ਪਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਆਪਣਾ ਹੀ ਜ਼ਹਿਰ ਆਪਣੇ ਸਰੀਰ ਦੇ ਵਿੱਚ ਚੜ੍ਹਿਆ ਔਰ ਉਸ ਦੀ ਮੌਤ ਹੋ ਜਾਂਦੀ ਹੈ। ਪ੍ਰਿਥੀ ਚੰਦ ਜੀ ਕਾਮਯਾਬ ਨਹੀਂ ਹੁੰਦੇ ਹਨ। ਸਮਾਂ ਨਿਕਲ ਗਿਆ, ਥੋੜਾ ਹੋਰ ਸਮਾਂ ਬੀਤਿਆ। ਬਾਬਾ ਪ੍ਰਿਥੀ ਚੰਦ ਜੀ ਨੇ ਇੱਕ ਸਪੇਰੇ ਨੂੰ ਲਾਲਚ ਦੇ ਕੇ ਵੀ ਤੂੰ ਸੱਪ ਦਾ ਖੇਲ ਦਿਖਾਉਣ ਦੇ ਬਹਾਨੇ ਅੰਦਰ ਜਾਈ, ਉੱਥੇ ਜਿੱਥੇ ਬੱਚਾ ਖੇਡਦਾ ਹੋਵੇ ਉਹਦੇ ਉੱਤੇ ਕੋਈ ਜ਼ਹਿਰੀਲਾ ਸੱਪ ਛੋੜ ਦੇਵੀਂ। ਸਪੇਰੇ ਨੇ ਇਸ ਤਰ੍ਹਾਂ ਹੀ ਕੀਤਾ ਹੈ। ਜਦ ਜ਼ਹਿਰੀਲਾ ਸੱਪ ਛੋੜ ਦਿੱਤਾ, ਬਾਲਕ ਹਰਗੋਬਿੰਦ ਸਾਹਿਬ ਜੀ ਨੇ, ਕਿਉਂਕਿ ਗੁਰੂ
हरगोबिंद साहब पंज प्याले पंज पीर छठम पीर बैठा गुर भारी, अर्जन काया पलट के मूरत हरगोबिंद सवारी। ये बड़े भारी गुरु बचपन तो ही बड़े ताकतवर सन। गुरु हरगोबिंद साहब जी बालक रूप दे विच इस सप की गर्दन नूं इस तरह पकड़ लैंदे ने कि सप तड़प तड़प के मर जाता है। जमीन ते मार मार के उस सप नूं उत्थे मार। देखण वाले सब हैरान ने भी बच्चा और जहरीले सप नूं इस तरह मार दिता है। जद गुरु अर्जन देव जी महाराज ने उस सपेरे नूं पुछया भी ये गल की है, सप उत्थे किवें पहुँच गया है, उसने डरदे मारे सारे राज खोल दिते हैं। पर गुरु अर्जन देव जी महाराज ने फिर भी किसी नूं कोई कौड़ा शब्द नहीं किया है। तीसरा हमला होया, एक रूपा खिडावा हुंदा सी जो सतगुरां नूं गुरु हरगोबिंद साहब नूं खिडाउंदा हुंदा सी, खिडाउण दा काम करदा सी। इसनूं लालच दिता, इनू पैसे दिते, कुछ होर लालच दे के उन्होंने आख्या भी दही दे विच जहर पा के ते इस बच्चे नूं खुआ, इनू खत्म कर, मेरी तकलीफ दूर होवे, मेरा रस्ता साफ होवे। इस खिडावे ने रूपे ने जद दही खुआण की कोशिश की तो गुरु हरगोबिंद साहब जी बालक रूप उच्ची उच्ची रोण लग पे ने। इन्हें डरावे भी दिते, अखां विखाइयां, डराण की कोशिश की, जबरदस्ती मूँह विच दही पाण की कोशिश की, पर सतगुरु हर वारी मूँह फेर लैंदे हन। जदों रोण की आवाज़ आई तो माता जी दौड़ के आउंदे ने, पुछदे ने बच्चा रोंदा क्यों है। गुरु अर्जन देव जी महाराज भी पहुँचे ने। खिडावा डर गया है। महाराज ने पूछया भी ये रोंदे क्यों हैं। कहंदा महाराज मैं दही खुआना चाहना, ये नहीं खांदे पे, मैं तो दही खुआ रहा इन्हां नूं। गुरु अर्जन देव जी महाराज ने हरगोबिंद साहब नूं अपनी गोद विच लैके महाराज ने आप दही खुआण की कोशिश की, जिस विच जहर पाया होया है। बालक हरगोबिंद साहब ने फिर मूँह फेर लिया है। गुरु अर्जन देव जी महाराज समझ गए हैं। कोल एक छोटा जा कुत्ता सी, महाराज ने 2 चम्मच उसनूं पाए। उस कुत्ते ने जब दही खादा तो उसकी उत्थे ही तड़प तड़प के मौत हो गई है। गुरु अर्जन देव जी महाराज ने जब इस ब्राह्मण वाल जिसका नाम रूपा सी, महाराज ने पूछया भी ये क्यों मर गया है। उन्हें सारे राज खोल दिते हैं, दस दिता उन्हें। पर ज्यों ज्यों महाराज का प्रताप सतगुरां का चेहरा उसने तकिया, ये पेट दे विच ऐसा सूल उठया, ये ब्राह्मण भी उत्थे ही खत्म हो गया है। उत्थे ही महाराज ने अपनी बाणी दे विच भी पैरो महला पंजवां गुरु अर्जन देव जी की बाणी सतगुरु कहते ने लेप न लागो तिल का मूल, दुष्ट ब्राह्मण मुआ होए के सूल। पेट विच सूल उठी, ये दुष्ट ब्राह्मण उत्थे ही खत्म हो गया है। उत्थे ही परमेश्वर ने कृपा की, हर जन राखे पार ब्रह्म आप, पापी मुआ गुर प्रताप। ये तो गुरु की कृपा, गुरु नानक सच्चे पातशाह की कृपा दे नाल ये दुष्ट पापी ब्राह्मण उत्थे ही खत्म हो गया है। लेकिन गुरु हरगोबिंद साहब सच्चे पातशाह जी का बाल भी बिंगा नहीं होया है। लेकिन पृथ्वी चंद की हद देखो, 3 वार कीते फिर भी सबर नहीं आया है। चौथी वार फिर मारन की कोशिश की है। चौथी वार गुरु हरगोबिंद साहब जी बालक रूप नाल एक बच्चा खेडदा हुंदा सी सतगुरां दे नाल, क्योंकि होर भी बच्चे बहुत सारे आउंदे सन। एक सतगुरां दा हाणी बच्चा उहदे चाचे नूं कुछ लालच दे के
कि तू अपने इस भतीजे की जेब दे विच मिठाई पा, इसनूं कहीं भी सज्जे जेब वाली मिठाई आप खावे ते खब्बी जेब दे विच जिहड़ी मिठाई पाई है उहदे विच जहर मिलावे ते ओह मिठाई हरगोबिंद नूं खवावे। जिहड़ी चंगी मिठाई है वह आप खावे, जहर वाली हरगोबिंद नूं खवावे। उसने इस तरह किया, पर हुण बच्चे तो बच्चे हुंदे ने, खेडां दे विच ओह भुल गया भी मैं किहड़ी खानी है ते हरगोबिंद नूं किहड़ी खवानी है। जिहड़ी सही मठियाई सी, जहर तो रहत सी, वो गुरु हरगोबिंद साहब जी नूं खवांदा रहा ते जिहड़ी जहर वाली सी वो आप खा गया। हुण जहर वाली मिठाई खाधी है तो फिर बच्चा सी, सुभावक मौत होना लाजमी है। जद इसकी भी मौत होई तो महाराज सच्चे पातशाह जी नूं फिर पता लग गया कि एक हमला होर हो चुका है। गुरु हरगोबिंद साहब सच्चे पातशाह जी का कोई बाल भी बिंगा नहीं कर सकिया, क्योंकि दो चीज़ां परमेश्वर ने अपने हथ विच रखिया हुई ने, जोर ना जीवन, मरण ना जोर। ना साडा जन्म दे उत्ते कोई जोर है, ना मरण दे उत्ते कोई जोर है। असी किसे नूं मार नहीं सकते, असी आप नहीं मार सकते हाँ। मारे राखे एको आप, मानस के किछ नाही हाथ। परमेश्वर दे हथ विच है ते परमेश्वर खुद जिहदी रखिया करे। एक दोहरा आम करके बोलिया जाता है कि जाको राखे साइयां, मार सके ना कोए, बाल ना बाका कर सके जो जग बैरी होए। सारे जगत का भी अगर कोई बैरी होवे ना, जिहदी रखिया परमेश्वर करदा होवे, उन्हों कोई मार नहीं सकता है, उहदा कोई बाल भी बिंगा नहीं कर सकता है। जिसके सिर ऊपर तू स्वामी, सो दुख कैसा पावे। उड़ कोई तत्ती वाह भी नहीं लग सकती है उसको। जिस वक्त इस तरह दियाँ घटनावां बहुत सारियां हो चुकियां, लोकां ने, संगतां ने जदों बाबा प्रिथी चंद दे उत्ते बहुत लानतां पाईयां हन, माड़े बोल बोले लोकां ने भी तू हरकतां ते इतना गिर सकना, मैं अपने सक्के भतीजे नूं मारन दी, बच्चे नूं मारन दी कोशिश करदा पिया। बाबा प्रिथी चंद ने देख लिया भी ये तो काम बहुत खराब हो चुका है, इत्थे मेरी दाल नहीं गलनी है हुण। फिर ये अपने सौरे पिंड हैहर अमृतसर दे कोल ही है, उत्थे जाके इसने सोचा भी क्यों ना मैं अपना ही एक वखरा ही गुरुद्वारा बना लवां, गुरु घर बना लवां। इसने अमृतसर की तरज दे उत्ते बिल्कुल अमृतसर वर्गा सरोवर बना के उहदे विच एक मंदिर बनाया, उहदे विच गद्दी ला के आप बैठदा सी। अपने पुत्र मेहरबान कोलों कवितावां रूप शब्द बनवा के रागियां नूं पैसे दे के उन्हां कोलों कीर्तन करवांदा सी ते लोकां कोलों मत्थे टिका के बड़ा खुश होंदा सी, बहुत खुश। सोचदा सी भी हौली हौली दिनों दिन मेरा काम वध जाएगा, मैं ही गुरु बन जाना, इस तरह सोचदा सी। कुछ सिखां ने आके गुरु अर्जन देव जी महाराज नूं जदों ये दस्सिया कि महाराज इस तरह अमृतसर की तरज दे उत्ते इस तरह का गुरुद्वारा बनाया है, आप गद्दी ला के बैठदा है, रागी कीर्तन करते ने, मेहरबान शब्द बनांदा है, नानक पद का इस्तेमाल करता है। महाराज किधरे ऐसा तो नहीं होएगा कि वो गुरु बन के बैठ जाएगा। गुरु अर्जन देव जी महाराज कहते ने कोई बंदा आटे की बिल्ली बना भी लवे, बन जाती है, कोई वड्डी गल नहीं है। मोम की बिल्ली बना लवे या किसी होर धातु की बिल्ली बना लवे, महाराज कहते ने बिल्ली तो बन जाएगी, पर बिल्ली विच जिहड़े गुण ने, बोलना है उसका, वो म्याऊं कित्थों करेगी वो आके।
ਬਣਾ ਲਿਆ ਗੁਰਦੁਆਰਾ, ਕੋਈ ਗੱਲ ਨਹੀਂ ਹੈ, ਲੇਕਿਨ ਜੋ ਹਰਿਮੰਦਰ ਸਾਹਿਬ ਦੇ ਵਿੱਚ ਬਰਕਤਾਂ ਨੇ ਨਿਰੰਕਾਰ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਜੋ ਰਹਿਮਤਾਂ ਹਨ, ਉਹ ਕਿੱਥੋਂ ਲਿਆਵੇਗਾ? ਉਹ ਤਾਂ ਨਹੀਂ ਨਾ ਲਿਆ ਸਕਦਾ। ਪ੍ਰਿਥੀ ਚੰਦ ਨੇ ਮਸੰਦਾਂ ਨੂੰ ਲਾਲਚ ਦੇ ਦੇ ਕੇ ਅੰਮ੍ਰਿਤਸਰ ਦੇ ਬਾਹਰ ਜਿਤਨੇ ਰਸਤੇ ਅੰਮ੍ਰਿਤਸਰ ਨੂੰ ਆਉਂਦੇ ਨੇ, ਆਪਣੇ ਬੰਦੇ ਬਿਠਾ ਕੇ ਸੰਗਤਾਂ ਜਿਹੜੀਆਂ ਦਰਸ਼ਨ ਕਰਾਉਣ ਆਉਂਦੀਆਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ, ਉਹਨਾਂ ਨੂੰ ਵਰਗਲਾ ਕੇ ਪ੍ਰਿਥੀ ਚੰਦ ਵੱਲ ਲੈ ਕੇ ਜਾਂਦੀਆਂ, ਜ਼ਬਰਦਸਤੀ ਉੱਥੇ ਮੱਥੇ ਟਿਕਾ ਕੇ ਭੇਟਾਵਾਂ ਇੱਕ ਤਰ੍ਹਾਂ ਦੀਆਂ ਖੋਹ ਲੈਂਦੇ ਨੂੰ ਨਾ ਗੱਲ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਸੰਗਤਾਂ ਦਾ ਆਉਣਾ ਕੁਛ ਘਟ ਗਿਆ ਹੈ, ਆਮਦਨੀ ਵੀ ਘਟ ਗਈ। ਤੇ ਬਾਬਾ ਪ੍ਰਿਥੀ ਚੰਦ ਜਦੋਂ ਲੰਗਰ ਦਾ ਸਮਾਂ ਹੁੰਦਾ ਸੀ ਤਾਂ ਸਾਰੀਆਂ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਭੇਜ ਦਿੰਦੇ ਨੇ, ਇੱਥੇ ਭੇਜ ਦਿੰਦੇ ਨੇ। ਗੁਰੂ ਘਰ ਦੀ ਆਮਦਨ ਘਟ ਜਾਂਦੀ ਹੈ ਤੇ ਖਰਚਾ ਵੱਧ ਜਾਂਦਾ ਹੈ। ਆਮਦਨ ਤੇ ਸਾਰੀ ਪ੍ਰਿਥੀ ਚੰਦ ਕੋਲ ਚਲੀ ਗਈ ਤੇ ਲੰਗਰ ਦਾ ਖਰਚਾ ਵੱਧ ਗਿਆ। ਹਾਲਾਤ ਇਤਨੇ ਮਾੜੇ ਹੋ ਗਏ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੁਛ ਘਰ ਦਾ ਸਾਜੋ ਸਮਾਨ ਵੇਚ ਕੇ 3 ਦਿਨ ਤੱਕ ਲੰਗਰ ਚਲਾਇਆ ਮਹਾਰਾਜ ਨੇ, 3 ਦਿਨ ਤੱਕ, ਕਿਉਂਕਿ ਆਮਦਨ ਤਾਂ ਰਹੀ ਨਹੀਂ ਸੀ। ਇੱਕ ਦਿਨ ਮਾਤਾ ਗੰਗਾ ਜੀ ਲੰਗਰ ਬਣਾਉਣ ਵਾਸਤੇ ਜਦੋਂ ਭਾਂਡਿਆਂ ਦੇ ਵਿੱਚੋਂ ਰਸਤ ਲੱਭਣ ਲੱਗੇ ਨੇ ਤਾਂ ਕੁਛ ਵੀ ਨਹੀਂ ਮਿਲਿਆ, ਭਾਂਡੇ ਖਾਲੀ ਸਨ। ਸਿਰਫ ਥੋੜ੍ਹਾ ਜਿਹਾ ਵੇਸਣ ਨਿਕਲਿਆ ਹੈ। ਉਸ ਵੇਸਣ ਦੇ ਪ੍ਰਸ਼ਾਦੇ 2 ਬਣਾ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਰੱਖੇ ਨੇ, ਉਹ ਵੀ ਸੁੱਕੇ ਬਿਲਕੁਲ, ਨਾ ਕੋਈ ਘਿਓ, ਨਾ ਮੱਖਣ, ਨਾ ਦਹੀਂ, ਨਾ ਕੋਈ ਚਟਨੀ, ਨਾ ਸਬਜ਼ੀ, ਕੁਛ ਨਹੀਂ ਨਾਲ। ਖਾਣ ਹੀ ਲੱਗੇ ਸਨ ਤੇ ਭਾਈ ਗੁਰਦਾਸ ਜੀ ਉੱਪਰੋਂ ਆ ਗਏ, ਕਿਉਂਕਿ ਭਾਈ ਗੁਰਦਾਸ ਉਸ ਵਕਤ ਆਗਰੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਗਏ ਸਨ। ਦੇਖ ਕੇ ਹੈਰਾਨ ਹੋ ਗਏ ਨੇ। ਪੁੱਛਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਇਹ ਕੀ ਪਾਣਾ ਵਰਤਦਾ ਪਿਆ ਵੇ, ਐਸੇ ਹਾਲਾਤ ਗੁਰੂ ਘਰ ਦੇ। ਇੱਥੇ ਤਾਂ ਖੀਰ ਦੇ ਵਿੱਚ ਵੀ ਘਿਓ ਪਾ ਕੇ ਵੰਡਿਆ ਜਾਂਦਾ ਵੇ। ਗੁਰਬਾਣੀ ਵਿੱਚ ਪੰਕਤੀ ਵੀ ਹੈ, ਇਹ ਸੁੱਕੇ ਪ੍ਰਸ਼ਾਦੇ ਮਹਾਰਾਜ ਜੀ ਕੀ ਪਾਣਾ ਹੈ। ਗੁਰੂ ਅਰਜਨ ਦੇਵ ਮਹਾਰਾਜ ਤਾਂ ਕੁਛ ਬੋਲੇ ਨਹੀਂ। ਸਤਿਗੁਰਾਂ ਨੇ ਕਦੀ ਵੀ ਉਲਾਮਾ ਨਹੀਂ ਦਿੱਤਾ, ਨਾ ਕੋਈ ਕੋੜਾ ਬੋਲ ਬੁਲਾ, ਉਲਾਹਨੋ ਨਾ ਕਹੂੰ ਦੀਨੋ, ਕਿਸੇ ਨੂੰ ਉਲਾਮਾ ਨਹੀਂ ਦਿੱਤਾ ਮਹਾਰਾਜ ਨੇ। ਮਾਤਾ ਗੰਗਾ ਜੀ ਨੇ ਜ਼ਰੂਰ ਦੱਸਿਆ ਵੀ ਇਸ ਵਕਤ ਇਹ ਹਾਲਾਤ ਚੱਲਦੇ ਪਏ ਨੇ। ਪ੍ਰਿਥੀ ਚੰਦ ਨੇ ਆਪਣਾ ਸਥਾਨ ਬਣਾ ਲਿਆ, ਸੰਗਤਾਂ ਨੂੰ ਜ਼ਬਰਦਸਤੀ ਖਿੱਚ ਕੇ ਲੈ ਜਾਂਦੇ ਨੇ, ਭੇਟਾਵਾਂ ਖੋਹ ਲੈਂਦੇ ਹਨ। ਲੰਗਰ ਦੇ ਸਮੇਂ 'ਤੇ ਫਿਰ ਸੰਗਤਾਂ ਨੂੰ ਇੱਧਰ ਭੇਜ ਦਿੰਦੇ ਨੇ। ਖਰਚੇ ਵੱਧ ਗਏ ਨੇ, ਆਮਦਨ ਘਟ ਗਈ ਹੈ। ਭਾਈ ਗੁਰਦਾਸ ਜੀ ਨੇ ਕੁਝ ਪਤਵੰਤੇ ਸਿੱਖਾਂ ਨੂੰ ਨਾਲ ਲੈ ਕੇ, ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ, ਭਾਈ ਗੁਰਦਾਸ ਜੀ ਕੁਝ ਹੋਰ ਸਿੱਖ ਅੰਮ੍ਰਿਤਸਰ ਦੇ ਰਸਤੇ ਦੇ ਵਿੱਚ ਜਿਤਨੇ ਵੀ ਅੰਮ੍ਰਿਤਸਰ ਵੱਲ ਜਿਹੜੇ ਰਸਤੇ ਆਉਂਦੇ ਨੇ, ਉਹਨਾਂ ਰਸਤਿਆਂ 'ਤੇ ਬਿਠਾ ਕੇ ਸੰਗਤਾਂ ਤੱਕ ਸੱਚ ਪਹੁੰਚਾ ਕੇ ਕਿ ਦਸਤਾਰ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਹੈ, ਉਹ ਗੁਰੂ ਹਨ। ਵਾਪਸ ਸੰਗਤਾਂ ਨੂੰ ਪ੍ਰੇਰਣਾ ਕਰਕੇ ਤੇ ਗੁਰੂ ਘਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕੋਲ ਲਿਆਉਣਾ ਕੀਤਾ ਹੈ। ਜਦ ਬਾਬਾ ਪ੍ਰਿਥੀ ਚੰਦ ਜੀ ਨੇ ਦੇਖਿਆ ਵੀ ਹੁਣ ਇੱਥੇ ਵੀ ਦਾਲ ਨਹੀਂ ਗਲਦੀ ਪਈ, ਸੰਗਤਾਂ ਦਾ ਆਉਣਾ ਹੁਣ ਬੰਦ ਹੋ ਗਿਆ ਹੈ, ਇਸ ਨੇ ਹੁਣ ਇੱਕ ਰਸਤਾ ਹੋਰ ਲੱਭਿਆ ਹੈ ਵੀ ਹੁਣ ਤਾਂ ਇੱਕੋ ਹੀ ਰਸਤਾ ਹੈ ਕਿ ਹੁਣ ਮੈਂ ਸਰਕਾਰ ਕੋਲ ਜਾ ਕੇ ਸ਼ਿਕਾਇਤਾਂ ਕਰਾਂ ਤੇ ਉੱਥੋਂ ਮਦਦ ਲੈ ਕੇ ਤੇ ਗੁਰੂ ਅਰਜਨ ਨੂੰ ਖਤਮ ਕਰਕੇ ਤੇ ਆਪ ਮੈਂ ਗੁਰੂ ਕਾ ਬਣ ਕੇ ਬੈਠਾ। ਮੈਂ ਇਹਨੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਰਾਜ ਦਰਬਾਰ ਵਿੱਚ ਜਹਾਂਗੀਰ ਦੇ ਕੋਲ ਰੋਜ਼ ਕੋਈ ਨਾ ਕੋਈ ਨਵੀਂ ਸ਼ਿਕਾਇਤ ਕਰਦਾ ਹੈ। ਇਤਿਹਾਸ ਕਹਿੰਦਾ ਕਿ
इसने उत्थे जाके शिकायत की कि वड्डा मैं हाँ, वड्डे होण दे नाते गुरता गद्दी दा हक मेरा बनदा है। इसने धोखे दे नाल मेरे कोलों ये गुरता गद्दी खोल लीए ते मैनू इत्थों बाहर कढ़ दिता है। गुरु अर्जन ने चोर रखे हुए ने। गुरु अर्जन ने उन्हां चोरां दे कोलों बादशाह दी जन्म पत्री भी चुराई है। और गुरु अर्जन अपने आप नू सच्चा पातशाह खुआंदा है, लोकां कोलों मत्थे टिकांदा है, नजराने लैंदा है। 11 मुकदमे गुरु अर्जन देव जी दे उत्ते दर्ज करवाए ने। 11 मुकदमे। जेड़ा ब्राह्मण मरिया सी, फतो दाई दी जो मौत हुई है, जो बच्चा मरिया है, उन्हां दा इल्ज़ाम भी गुरु अर्जन देव जी दे उपर ही लाया कि इन्हां ने इन्हां सारियां नूं मौत ते घाट उतार दिता है। और भी बहुत सारे इल्ज़ाम ला के सरकारे दरबारे जद इस तरह दियां बहुत सारियां शिकायतां कीतियां गईयां, पर दाल उत्थे भी नहीं गली है। फिर इसने अपना इसका एक मित्र सी सुलही खान। सुलही खान नू जाके रो रो के इन्हें अपना सारा हाल सुनाया है। इसने रो रो के सुलही खान ने दाढ़ी ते हाथ मार के आख्या भी मैं अर्जन नू खत्म करांगा ते तैनू गुरता गद्दी लैके देंगा। 10,000 रुपये रोज़ का देना करके, क्योंकि सैना लैके आया सी, खर्चा तो देना ही सी ना उसनू। 10,000 रुपये रोज़ दे देने करके सुलही खान नू लैके आया। यह हर पिंड दे विच इन्हें टिकाणा दिता। जिस वक्त सुलही खान पहुँचा तो संगतां ने गुरु अर्जन देव जी महाराज को जाके खबर दी कि पातशाह हुण तां फौजां चढ़ के आ गई ने, कुछ तो करना चाहिए ना, कुछ तो करो। लेकिन गुरु अर्जन देव जी महाराज सच्चे पातशाह जिन्हां दा निरंकार दे उत्ते संपूर्ण भरोसा सी, महाराज सच्चे पातशाह जी प्रथमे मता जे पत्री चलाओ, द्वितीय मता दोए मानुख पहुँचाओ, तृतीय मता किछ करो उपाया। महाराज या तो पत्री भेजो, कोई बंदा भेजो, या 2 बंदे भेज के गलबात चलाओ, या कोई होर उपाय करो। पर गुरु अर्जन देव जी महाराज कहते ने मैं सब कुछ छोड़ प्रभ तू ही ते आया। केवल निरंकार दे चरना विच ही अरदास कीती है, बाकी होर कोई उपराला सतगुरां ने नहीं कीता है। एक दिन शिकार खेड के सुलही खान जद वापस आया तो प्रिथी चंद ने आख्या चलो अपने पट्ठे दिखाइए तुहानू। इट्टां दे पट्ठे सन बहुत वड्डे वड्डे। सुलही खान हंकार दा मारिया होया घोड़े समेत पट्ठे ते चढ़ गया। हवा दा एक चोखा आया, पट्ठे दे विच बलदी हुई अग दा सेक जदों घोड़े नू लगदा है, घोड़ा त्रिपक जाता है, उछल पैंदा है। घोड़े दे उछलदियां ही सुलही खान बलदी हुई अग दे विच डिगदा है और उसकी मौत हो जाती है। जिस वक्त महाराज सच्चे पातशाह जी नूं इस गल की खबर मिली ना, जद खबर पहुँची तो महाराज सच्चे पातशाह ने निरंकार दा शुकराना किया है। सुलही ते नारायण राख, सुलही का हाथ कहीं ना पहुँचे, सुलही होए मुआ नापाक। वो नापाक होके मरिया है सुलही खान। नापाक इस वास्ते आख्या क्योंकि ये मुसलमान सी, मरण तो बाद इसनूं दफनाया जाना चाहिए सी, पर यह अग दे विच सड़ के मोया है। सुलही होए मुआ नापाक, इसकी मौत हुई है। गुरबाणी कहती है कि जेड़ा भी कोई संतां नाल, गुरमुखां दे नाल, भगतां दे नाल जेड़े
वैर कमाते ने ना, वो कदी भी सुखी नहीं रह सकते हो, कदी भी। क्योंकि संतां नाल वैर कमाउंदे दुष्टां नाल मोह प्यारो, अगे पिछे सुख नहीं मर जम्मे वारो वार। उन्होंने कदी भी सुख की प्राप्ति नहीं हो सकती है। गुरु अर्जन देव जी महाराज दे ही सुखमनी साहब दे विच बोल हन। महाराज कहते ने कि संत का दोखी इऊं बिल लाए, जूं जल बिहून मछली तड़फड़ाए। जिवें जल तो बिना मच्छी तड़फदी है ना, संतां दा दोखी भी इसे तरीके दे नाल ही तड़फ तड़फ के उसकी मौत आउंदी है। इसे तरह ही बहु लश्कर मानक ऊपर करे आस, पल भीतर ताका होए विनाश। ਜਿਹੜੇ ਲਸ਼ਕਰਾਂ ਦੇ ਉੱਤੇ ਵਿਸ਼ਵਾਸ ਰੱਖਦੇ ਹਨ ਨਾ, ਸੰਤਾਂ ਨਾਲ ਵੈਰ ਕਮਾਉਂਦੇ ਹਨ, ਧਰਮ ਦੇ ਖਿਲਾਫ ਲੜਦੇ ਹਨ, ਉਹਨਾਂ ਦਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਖਾਤਮਾ ਹੋ ਜਾਂਦਾ ਹੈ। ਕਿਉਂਕਿ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਭਗਤਾਂ ਦੇ ਨਾਲ ਪ੍ਰੇਮ ਕਰੀਏ ਤਾਂ ਪਰਮਾਤਮਾ ਖੁਸ਼ ਹੁੰਦਾ ਹੈ, ਜੇ ਵੈਰ ਕਰੀਏ ਤਾਂ ਪਰਮਾਤਮਾ ਨੂੰ ਕ੍ਰੋਧ ਚੜ੍ਹਦਾ ਹੈ। ਪਰਮਾਤਮਾ ਆਪਣੇ ਭਗਤਾਂ ਨੂੰ ਕਦੀ ਵੀ ਦੁਖੀ ਨਹੀਂ ਦੇਖ ਸਕਦਾ ਹੈ, ਕਦੀ ਵੀ ਨਹੀਂ। ਕਿਉਂਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਹ ਪਰਮੇਸ਼ਰ ਦਾ ਬਿਰਧ ਹੈ ਕਿ ਆਪਣੇ ਭਗਤਾਂ ਦੀ ਉਹਨਾਂ ਨੇ ਲਾਜ ਰੱਖਣੀ ਹੈ। एक विद्वान दे बोल भी हैं कि संत सताए तीन हाण, धर्म अर्थ सुख बंस। तीनों ही को देख लो, रावण कैरो कंस। रावण ने, कैरवा ने, कंस ने संतां महापुरुषां दे नाल, गुरमुखां दे नाल जद वैर लाया, उन्हां दी किस तरीके दे नाल मौत होई है आपां सारे जाणदे हां। सुलही खान की मौत होंदी है, फिर सुलभी खान इसका भतीजा भी आता है। वो तो पहुँचिया ही नहीं अमृतसर तक, ਉਹਦੇ ਢਿੱਡ ਦੇ ਵਿੱਚ ਹੀ ਸੂਲ ਉੱਠੀ, ਕੋਈ ਐਸਾ ਦਰਦ ਉੱਠਿਆ, ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ। ਲੇਕਿਨ ਬਾਬਾ ਪ੍ਰਿਥੀ ਚੰਦ ਜੀ ਨੇ ਕੋਈ ਵੀ ਰਸਤਾ ਛੋੜਿਆ ਨਹੀਂ ਹੈ, ਕੋਈ ਕਸਰ ਛੋੜੀ ਨਹੀਂ ਆਪਣੇ ਭਰਾ ਗੁਰੂ ਅਰਜਨ ਦੇਵ ਨੂੰ ਖਤਮ ਕਰਨ ਦੇ ਵਿੱਚ। ਇਸ ਵਾਸਤੇ ਆਖਦੇ ਨੇ ਕਿ कबीर सब जग हों फिरियो, मांदल कंड चढ़ाए, को काहू को नहीं, सब देखी ठोक बजाए। कोई किसी का नहीं है। लोभी का विसाह न कीजे, जे का पार वसाए। लोभी बंदा भावें भरा होवे या कोई संबंधी होवे, मित्र होवे, अगर लोभी है महाराज कहते ने उहदा विश्वास नहीं कर सकते असी, क्योंकि वो किस वक्त धोखा दे जावे क्या नहीं जा सकता है। बाबा ਪ੍ਰਿਥੀ ਚੰਦ ने कोई कसर नहीं छोड़ी गुरु अर्जन देव जी महाराज ਨੂੰ ਖਤਮ ਕਰਨ ਦੇ ਵਿੱਚ। ਪਰ ਜਿਹਦੇ ਸਿਰ ਦੇ ਉੱਤੇ ਗੁਰੂ ਨਾਨਕ ਦਾ ਹੱਥ ਹੋਵੇ ਉਹਨੂੰ ਕੌਣ ਮਾਰ ਸਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕਹਿਣਾ ਵੀ ਪਿਆ ਕਿ ਮੀਣਾ ਹੋਆ ਪ੍ਰਿਥੀਆ, ਕਰ ਕਰ ਟੇਡਕ ਬਰਲ ਚਲਾਇਆ। महादेव अहमेव कर, बेमुख कर कुत्ता भौंकाया। ये गल भाई गुरदास जी कह सकते हैं, क्योंकि भाई गुरदास जी गुरु अर्जन देव जी महाराज दे मामे लगते हैं, वड्डे ने, हर पक्षों वड्डे ने। ये गल उही कर सकते हैं कि ਪ੍ਰਿਥੀ चंद मीणिया वर्गा, लुटेरिया वर्गा सुभाव रखता है। इन्हें कोई कसर नहीं छोड़ी है, अपने किरदार तो बहुत गिर गया है। मीणा हुआ पृथ्विया, कर कर टेडक बरल चलाया। ये पागलपन सवार हो गया है। महादेव अहमेव कर, कर बेमुख कुत्ता भौंकाया। महादेव जी भावें इन्हां चक्रां विच नहीं पैंदे सन, पर साथ ਪ੍ਰਿਥੀ ਚੰਦ दा देख के ते बोल कबोल वो भी बोलते सन। तो भाई गुरदास जी कहते हैं कि चंदन वास न वास बुहाया,
चंदन दे कोल रह के भी चंदन दी सुगंध नहीं लै सके हन। गुरु घर दे विच रह के भी गुरु दे कोई गुण लै नहीं सके हन। सारी जिंदगी विरोध ही करते रहे ने, सारी जिंदगी। भाई साहब भाई गुरदास जी का एक कवित है। भाई गुरदास जी कहते ने कि जे किधरे माँ ही पुत्र नूं जहर देण लग पवे, माँ ही बच्चे नूं जहर देण लग पवे तो वो बच्चा किवें बच सकता है। भाई गुरदास जी का एक सवैया है। भाई साहब कहते ने कि जननी सुते बिक देत हेत कौन राखे, घर मूसे पाहो रूआ कहो कैसे राखीए। जे घर दा रखवाला ही घर नूं लुट्टण लग पवे तो उस घर नूं कोई बचा नहीं सकता है। माँ ही बच्चे नूं जहर देण लग पवे वो बच्चा फिर बच नहीं सकता है। करिया जो बोरे नाओ कहो कैसे पावे पार, आगू आओ बाट पारे कापे दीन पाखीए। अगर मलाही बेड़ी नूं डोबण लग पवे तो उस बेड़ी नूं फिर कोई बचा नहीं सकता है, कोई नहीं बचा सकता है। अगर कोई आगू आप ही अपनी कौम नूं लुट्टण लग पवे तो उस कौम नूं फिर कोई बचा नहीं सकता है। जिवें असीं एक कहावत बोलते हाँ, घर का बेदी लंका ढाए। घर दा बंदा ही अगर भेदी बन जावे तो फिर लंका वर्गा गढ़ भी मिट्टी विच मिल जाता है, लंका वर्गा गढ़। भाई गुरदास जी तीसरा प्रमाण देंदे ने, खेते जो खाए बार कौन ताए राखन हार, चक्रवे करे अन्याओ पूछे कौन साखी है। खेत नूं वाड़ ही खाण लग पवे, जबकि वाड़ दा काम है खेत दी रखिया करना, तो जे वाड़ ही खेत नूं खाण लग पवे तो फिर खेत नूं बचाएगा कौन। फिर चक्रवर्ती राजा ही अगर अपनी प्रजा नूं लुट्टण लग पवे मारन लग पवे तो फिर न्याय वास्ते होर किदे कोल जाएगी प्रजा। फिर जे उही अन्याय करन लग पवे तो। भाई साहब कहंदे ने, रोगीए जो मारे बेद मित्र जो कमावे त्रोह, गुर ना मुकत करे कापे अभिलाखी है। भाई गुरदास जी, जे किधरे वैद ही रोगी नूं मारन लग पवे, मित्र ही मित्र नाल धोखा करन लग पवे, तो जे गुरु भी मुकत ना करे तो फिर बंदा जावे किदे कोल, फिर किदे कोल जावे। गुरु अर्जन देव जी महाराज सच्चे पातशाह नूं कोई मार नहीं सी सकदा, पर घर का बेदी लंका ढाए। जदों घर विचों विरोधता शुरू हो गई है, हालांकि सतगुरां दी शहादत दे होर भी बहुत सारे कारण हैं, पर जद दुश्मन नूं कोई घर दा ही बंदा मिल जावे जिहड़ा राज दसन लग पवे तो फिर दुश्मन दा काम आसान हो जाया करता है। बाबा प्रिथी चंद जी ने कोई कसर नहीं छोड़ी है। सतगुरां दी शहादत दे विच पहला जो रोल अदा किया है वो बाबा प्रिथी चंद जी ने किया है। घर विचों ही विरोधता शुरू हुई, घर दे सारे राज दुश्मनां नूं जा के दसने। और भी बहुत सारे कारण हैं। गुरु ग्रंथ साहब महाराज की पवित्रता और चंदू की लड़की का रिश्ता, जहांगीर दे तवस्सब नीति, उसकी कट्टड़ नीति, ये बहुत सारे कारण हैं जिन्हां करके गुरु अर्जन देव जी महाराज नूं शहादत देनी पई है। बाकी विचार कल आप जी दे सन्मुख रखांगे। जितनी को सतगुरां ने तौफीक बख्शिश की है, कोशिश करांगे वध तो वध इतिहास आप जी दे सन्मुख रख सकां। आप जो कथा सरवण कर रहे हो, फेसबुक पेज दे उपर कथा सागर, आप इसनूं लाइक करो, फॉलो करो। ये कथा सारी यूट्यूब ते भी आप जी नूं मिल जानी है। यूट्यूब चैनल कथा सागर मनमोहन सिंह निमाणा, आप उसनूं भी सबसक्राइब करो। गुरु अर्जन देव जी महाराज की शहादत तो बाद
ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਦੇ ਜੀਵਨ ਦੇ ਉੱਪਰ ਆਪਾਂ ਵਿਚਾਰਾਂ ਆਰੰਭ ਕਰਾਂਗੇ। ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ, ਫਿਰ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਜੋ ਦਾਸ ਦੇ ਉਸਤਾਦ ਵੀ ਹਨ, ਉਹਨਾਂ ਦਾ ਵੀ ਵਿਚਾਰਾਂ ਆਪ ਜੀ ਦੇ ਸਨਮੁਖ ਰੱਖਣੀਆਂ ਹਨ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।